ਵੈਲਕਮ ਟੂ ਲਰਨ ਵਿਦ ਲੂਸੀਅਨ। ਹਾਂਜੀ, ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਲੂਸੈਂਟ ਬੁੱਕ ਆ ਜਿਹੜੀ ਲੂਸੈਂਟ ਜਨਰਲ ਨੌਲੇਜ ਦੀ ਬੁੱਕ ਹੈ ਉਹਨੂੰ ਪੰਜਾਬੀ ਦੇ ਵਿੱਚ ਸਟੱਡੀ ਕਰ ਰਹੇ ਹਾਂ। ਤਾਂ ਆਪਾਂ ਆਲਰੇਡੀ ਜੋਗ੍ਰਾਫੀ ਦੇ 3 ਲੈਕਚਰ ਅਤੇ ਹਿਸਟਰੀ ਦਾ 1 ਲੈਕਚਰ ਚੈਨਲ ਦੇ ਉੱਤੇ ਅਪਲੋਡ ਕਰ ਚੁੱਕੇ ਹਾਂ। ਤਾਂ ਉਸੇ ਤਰ੍ਹਾਂ ਹੁਣ ਆਪਾਂ ਅੱਗੇ ਵਧਦੇ ਹਾਂ ਅਤੇ ਅੱਜ ਆਪਾਂ ਹਿਸਟਰੀ ਦਾ ਪਾਰਟ 2 ਹਿਸਟਰੀ ਦੀ ਹਾਲੇ ਇੰਟਰੋਡਕਸ਼ਨ ਹੀ ਚੱਲ ਰਹੀ ਹੈ। ਪਿਛਲੇ ਲੈਕਚਰ ਦੇ ਵਿੱਚ ਆਪਾਂ ਨੇ ਕਰੀਬ ਤੇ ਕਰੀਬ ਇੰਟਰੋਡਕਸ਼ਨ ਕੀਤੀ ਸੀਗੀ ਕਿ ਹਿਸਟਰੀ ਕੀ ਹੁੰਦੀ ਹੈ। ਇਸ ਤੋਂ ਬਿਨਾਂ ਇੱਕ ਆਪਾਂ ਨੇ ਬਹੁਤ ਇੰਪੋਰਟੈਂਟ ਟੋਪਿਕ ਕੀਤਾ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਡੇਟਿੰਗ ਸਿਸਟਮ, ਜਿਹਦੇ 'ਚ ਆਪਾਂ ਨੇ AD ਅਤੇ BC ਬਾਰੇ ਪੜ੍ਹਿਆ ਸੀ। ਇਸ ਤੋਂ ਬਿਨਾਂ ਟਾਈਮ ਲਾਈਨ ਪੜ੍ਹੀ ਸੀ। ਇਸ ਤੋਂ ਬਿਨਾਂ ਇੱਕ ਕੈਲੰਡਰ ਦਾ ਛੋਟਾ ਜਿਹਾ ਟੋਪਿਕ ਕੀਤਾ ਸੀ। ਤਾਂ ਹੁਣ ਆਪਾਂ ਅੱਗੇ ਵੱਧਦੇ ਹਾਂ ਅਤੇ ਹਿਸਟਰੀ ਦੇ ਬਾਰੇ ਥੋੜ੍ਹੀ ਜਿਹੀ ਹੋਰ ਬੇਸਿਕ ਨੌਲੇਜ ਲੈਂਦੇ ਹਾਂ। ਪਰ ਇਹ ਵਾਲੀ ਜਿਹੜੀ ਬੇਸਿਕ ਨੌਲੇਜ ਹੈ ਇਹ ਪੇਪਰ ਪੁਆਇੰਟ ਆਫ ਵਿਊ ਤੋਂ ਪਹਿਲੀ ਨੌਲੇਜ ਨਾਲੋਂ ਪਹਿਲੇ ਲੈਕਚਰ ਦੀ ਨੌਲੇਜ ਨਾਲੋਂ ਜ਼ਿਆਦਾ ਇੰਪੋਰਟੈਂਟ ਰਹੇਗੀ, ਕਿਉਂਕਿ ਇਹਦੇ 'ਚ ਆਪਾਂ ਨੇ ਸਿੱਧੀ ਸਿੱਧੀ ਪੀਰੀਅਡਸ ਦੀ ਗੱਲ ਕਰਨੀ ਹੈ। ਪੀਰੀਅਡ ਮਤਲਬ ਕਿ ਕਿਹੜਾ ਪੀਰੀਅਡ ਹੈ ਹਿਸਟਰੀ ਦਾ, ਉਹਨੂੰ ਕੀ ਕਹਿੰਦੇ ਨੇ, ਉਹ ਕਦੋਂ ਤੋਂ ਕਦੋਂ ਤੱਕ ਸੀ, ਉਹਦੇ 'ਚ ਕੀ ਸੀ, ਇਹਦੇ 'ਚ ਆਪਾਂ ਨੇ ਜ਼ਿਆਦਾ ਗੱਲ ਕਰਨੀ ਹੈ। ਤਾਂ ਇਹਨੂੰ ਬਹੁਤ ਹੀ ਧਿਆਨ ਨਾਲ ਸੁਣਨਾ ਹੈ। ਇਹ ਲੈਕਚਰ ਜਿਹੜਾ ਹੈਗਾ ਉਹ ਬੇਸਿਕ ਇਨਫੋਰਮੇਸ਼ਨ ਦਾ ਹੀ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਸੋ ਇਹਦੇ 'ਚ ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਜੀ ਪੀਰੀਅਡਸ ਦੀ। ਮਤਲਬ ਕੀ ਹੈ? ਪੀਰੀਅਡ ਦਾ ਮਤਲਬ ਹੁੰਦਾ ਸਮਾਂ ਕਾਲ। ਤਾਂ ਸਮੇਂ ਕਾਲ ਦੀ ਗੱਲ ਹੁੰਦੀ ਹੈ ਕਿ ਕਿਹੜਾ ਪੀਰੀਅਡ ਆ, ਉਹਨੂੰ ਕੀ ਕਹਿੰਦੇ ਨੇ, ਉਹਦੀ ਕੀ ਡੈਫੀਨੇਸ਼ਨ ਆ ਅਤੇ ਉਹਦੀਆਂ ਕੀ ਐਗਜ਼ਾਮਪਲਸ ਨੇ। ਕਿਉਂਕਿ ਹਿਸਟਰੀ ਜਦੋਂ ਪੜ੍ਹਨੀ ਆ ਤਾਂ ਇਹ ਓਬਵੀਅਸ ਹੈ ਕਿ ਸਾਨੂੰ ਵੱਖ ਵੱਖ ਜਿਹੜੇ ਟਾਈਮ ਪੀਰੀਅਡ ਨੇ, ਜਿਹੜੇ ਸਮਾਂ ਕਾਲ ਨੇ, ਉਹਨਾਂ ਬਾਰੇ ਪੜ੍ਹਨਾ ਪਊਗਾ। ਤਾਂ ਅਗਰ ਸਾਨੂੰ ਇਹੀ ਨਹੀਂ ਪਤਾ ਕਿ ਕਿਹੜੇ ਸਮਾਂ ਕਾਲ ਨੂੰ ਕੀ ਕਹਾਂਗੇ, ਉਹਦੀਆਂ ਕੀ ਵਿਸ਼ੇਸ਼ਤਾਵਾਂ ਹੋਣਗੀਆਂ, ਤਾਂ ਅਸੀਂ ਹਿਸਟਰੀ ਦੇ ਵਿੱਚ ਜਿਹੜਾ ਹੈਗਾ ਉਹ ਉਲਝ ਜਾਵਾਂਗੇ। ਤਾਂ ਇਸ ਲਈ ਆਪਾਂ ਕੀ ਕਰਦੇ ਹਾਂ, ਹਿਸਟਰੀ ਨੂੰ ਸ਼ੁਰੂ ਤੋਂ ਬਿਲਕੁਲ ਸਟਾਰਟਿੰਗ ਤੋਂ ਆਪਾਂ ਸ਼ੁਰੂ ਕੀਤੀ ਆ। ਤਾਂ ਇੱਕ ਵਾਰੀ ਆਪਾਂ ਸਮਾਂ ਕਾਲ ਆ ਜਿਹੜਾ ਉਹਨੂੰ ਕੀ ਕਹਿੰਦੇ ਨੇ, ਉਹ ਕੀ ਮਤਲਬ ਉਹਨੂੰ ਪੜ੍ਹਨ ਦਾ ਫਾਇਦਾ ਹੈ, ਉਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਚਰਚਾ ਕਰ ਲਈਏ। ਉਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ। ਸੋ ਹਿਸਟਰੀ ਦੇ ਵਿੱਚ ਕਹਿੰਦੇ ਜੀ ਹਿਸਟਰੀ ਨੂੰ ਪੜ੍ਹਨ ਲਈ ਸਾਨੂੰ 3 ਜਿਹੜੇ ਪੀਰੀਅਡ ਨੇ, 3 ਸਮਾਂ ਕਾਲ ਨੇ, ਉਹ ਮੁੱਖ ਤੌਰ 'ਤੇ ਜਾਣੀ ਸਾਡੇ ਸਾਹਮਣੇ ਆਉਂਦੇ ਨੇ। ਤਾਂ ਉਹ ਕਿਹੜੇ ਕਿਹੜੇ ਨੇ? ਇੱਕ ਤਾਂ ਹੈਗਾ ਪ੍ਰੀ ਹਿਸਟੋਰਿਕ ਪੀਰੀਅਡ, ਦੂਜਾ ਹੈਗਾ ਪ੍ਰੋਟੋ ਹਿਸਟੋਰਿਕ ਪੀਰੀਅਡ ਅਤੇ ਤੀਜਾ ਹੈਗਾ ਹਿਸਟੋਰਿਕ ਪੀਰੀਅਡ। ਤਾਂ ਆਪਾਂ ਇੱਕ ਵਾਰੀ ਇਹਨੂੰ ਵਾਰੀ ਸਾਰੇ ਪੀਰੀਅਡਸ ਨੇ ਜਿਹੜੇ ਇਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਆਉਂਦਾ ਜੀ ਪ੍ਰੀ ਹਿਸਟੋਰਿਕ ਪੀਰੀਅਡ। ਤਾਂ ਪੀਰੀਅਡ ਨੂੰ ਡਿਸਕਸ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਜਾਂ ਕਹਿ ਲਓ ਕਿ ਬਹੁਤ ਹੀ ਫੈਕਚੁਅਲ ਨੌਲੇਜ, ਇੱਕ ਪੀਸ ਆਫ ਨੌਲੇਜ ਤੁਹਾਨੂੰ ਦੱਸਣ ਲੱਗਿਆ। ਸ਼ਾਇਦ ਤੁਸੀਂ ਕਿਤੇ ਪੜ੍ਹਿਆ ਹੋਵੇ ਜਾਂ ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਬੁੱਕਸ ਦੇ ਵਿੱਚੋਂ ਕੁਐਸਚਨ ਪੁਆਇੰਟ ਆਫ ਵਿਊ ਤੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰੱਟ ਲੈਂਦੇ ਹਾਂ, ਬਟ ਸਾਨੂੰ ਬੇਸਿਕਲੀ ਉਹਨਾਂ ਦਾ ਮਤਲਬ ਜਾਂ ਉਹਨਾਂ ਬਾਰੇ ਥੋੜ੍ਹੀ ਜਿਹੀ ਜਾਣੀ ਸਿਸਟਮੈਟਿਕ ਨੌਲੇਜ ਘੱਟ ਹੁੰਦੀ ਹੈ। ਤਾਂ ਕਈ ਵਾਰੀ ਅਸੀਂ ਉਹਦੇ ਕਰਕੇ ਕਈ ਚੀਜ਼ਾਂ ਨੂੰ ਜਿਹੜੇ ਹੈਗੇ ਭੁੱਲ ਜਾਂਦੇ ਹਾਂ, ਕਿਉਂਕਿ ਸਾਨੂੰ ਉਹਨਾਂ ਦੀ ਕਹਾਣੀ ਨਹੀਂ ਸਮਝ ਆਈ ਹੁੰਦੀ ਕਿ ਇਹ ਕਿਉਂ ਹੈ। ਤਾਂ ਜਦੋਂ ਆਪਾਂ ਸਮਝ ਕੇ ਕਿਸੇ ਵੀ ਚੀਜ਼ ਨੂੰ ਕਰਦੇ ਹਾਂ, ਚਾਹੇ ਉਹ ਕੋਈ ਪ੍ਰੈਕਟੀਕਲ ਸਬਜੈਕਟ ਹੈ, ਇਸ ਤਰ੍ਹਾਂ ਚਾਹੇ ਉਹ ਕੋਈ ਥਿਓਰੈਟੀਕਲ ਸਬਜੈਕਟ ਹੈ ਜਿੱਦਾਂ ਕਿ ਹਿਸਟਰੀ ਹੋ ਗਈ ਜਾਂ ਪੋਲਿਟੀ ਹੋ ਗਈ, ਤਾਂ ਜਦੋਂ ਅਸੀਂ ਸਮਝ ਕੇ ਕਰਦੇ ਹਾਂ ਤਾਂ ਸਾਨੂੰ ਉਹ ਜ਼ਿਆਦਾ ਯਾਦ ਰਹਿੰਦਾ ਅਤੇ ਲੰਮੇ ਸਮੇਂ ਤੱਕ ਯਾਦ ਰਹਿੰਦਾ। ਸੋ ਆਪਾਂ ਪੀਰੀਅਡ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਜਿਹੜੀ ਹਿਸਟਰੀ ਆ ਉਹਨੂੰ ਆਪਾਂ ਕਿੱਦਾਂ ਡਿਸਾਈਡ ਕਰ ਸਕਦੇ ਹਾਂ, ਆਪਾਂ ਉਹਦੇ ਬਾਰੇ ਕਿੱਦਾਂ ਪਤਾ ਕਰ ਸਕਦੇ ਹਾਂ, ਕਿਸੇ ਜਗ੍ਹਾ ਦੀ ਹਿਸਟਰੀ ਨੂੰ ਆਪਾਂ ਕਿੱਦਾਂ ਸਟੱਡੀ ਕਰ ਸਕਦੇ ਹਾਂ। ਇਹ ਬਹੁਤ ਹੀ ਇੰਪੋਰਟੈਂਟ ਟੋਪਿਕ ਹੈ, ਇੱਕ ਛੋਟਾ ਜਿਹਾ ਟੋਪਿਕ ਹੈ, ਤੁਹਾਨੂੰ ਮਜ਼ਾ ਆਊਗਾ। ਤਾਂ 2 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਆਧਾਰ ਦੇ ਉੱਤੇ ਆਪਾਂ ਕਿਸੇ ਵੀ ਜਗ੍ਹਾ ਦੀ, ਕਿਸੇ ਵੀ ਪਲੇਸ ਦੀ, ਕਿਸੇ ਵੀ ਸਾਮਰਾਜ ਦੀ ਹਿਸਟਰੀ ਹੈ ਜਿਹੜੀ ਉਹਨੂੰ ਅਸੀਂ ਸਟੱਡੀ ਕਰ ਸਕਦੇ ਹਾਂ। ਤਾਂ ਉਹ ਕਿਹੜੀਆਂ ਕਿਹੜੀਆਂ 2 ਚੀਜ਼ਾਂ ਹੁੰਦੀਆਂ ਨੇ? ਇਹ ਹੁੰਦੇ ਨੇ ਐਵੀਡੈਂਸ। ਐਵੀਡੈਂਸ ਤੋਂ ਕੀ ਮਤਲਬ ਹੁੰਦਾ ਹੈ? ਐਵੀਡੈਂਸ ਤੋਂ ਮਤਲਬ ਹੁੰਦਾ ਵਾ ਸਬੂਤ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਸਬੂਤ। ਕਿਉਂਕਿ ਜੇ ਸਾਡੇ ਕੋਲ ਸਬੂਤ ਹੋਊਗਾ ਤਾਂ ਹੀ ਅਸੀਂ ਉਹ ਸਬੂਤ ਨੂੰ ਜਾਂਚ ਪੜਤਾਲ ਕਰਕੇ ਦੇਖ ਸਕਦੇ ਹਾਂ ਵੀ ਇਹ ਕਿੰਨਾ ਪੁਰਾਣਾ ਜਾਂ ਇਹ ਕਿਹਦੇ ਨਾਲ ਸੰਬੰਧਿਤ ਹੈ, ਕਿਹਦੇ ਨਾਲ ਰਿਲੇਟਡ ਹੈ, ਕਿਹੜੇ ਰਾਜੇ ਨਾਲ ਸੰਬੰਧਿਤ ਹੈ, ਕਿਹੜੀ ਜਗ੍ਹਾ ਨਾਲ ਸੰਬੰਧਿਤ ਹੈ। ਤਾਂ ਉਹ ਸਬੂਤ ਜਿਹੜੇ ਹੁੰਦੇ ਨੇ ਉਹ 2 ਤਰ੍ਹਾਂ ਦੇ ਹੁੰਦੇ ਨੇ। ਉਹ ਕਿਹੜੀ ਕਿਹੜੀ ਤਰ੍ਹਾਂ ਦੇ ਹੁੰਦੇ ਨੇ? ਇੱਕ ਨੂੰ ਅਸੀਂ ਕਹਿੰਦੇ ਹਾਂ ਆਰਕਿਓਲੋਜੀਕਲ ਰਿਮੇਨਸ, ਠੀਕ ਹੈ ਜੀ, ਅਤੇ ਦੂਜੇ ਨੂੰ ਅਸੀਂ ਕਹਿੰਦੇ ਹਾਂ ਰਿਟਨ ਐਵੀਡੈਂਸਿਸ। ਤਾਂ ਆਰਕਿਓਲੋਜੀਕਲ ਰਿਮੇਨਸ ਦਾ ਮਤਲਬ ਹੁੰਦਾ ਜੀ ਰਹਿੰਦ ਖੂੰਹਦ ਜਾਂ ਮਲਬਾ।
ਰਿਮੇਨਸ ਦਾ ਮਤਲਬ ਹੁੰਦਾ ਵਾ ਕਿਸੇ ਚੀਜ਼ ਦਾ ਮਲਬਾ ਜਾਂ ਪਿੱਛੇ ਜਿਹੜੀ ਚੀਜ਼ ਉਹਦੀ ਬਚੀ ਖੁਚੀ ਹੋਈ ਚੀਜ਼ ਹੁੰਦੀ ਆ ਉਹਨੂੰ ਆਪਾਂ ਰਿਮੇਨਸ ਕਹਿ ਦਿੰਦੇ ਹਾਂ। ਜਿੱਦਾਂ ਆਦਮੀ ਦਾ ਵੀ, ਬੰਦੇ ਦਾ ਵੀ ਜਦੋਂ ਸਰੀਰ ਖ਼ਤਮ ਹੋ ਜਾਂਦਾ ਹੈ, ਜਦੋਂ ਬੰਦੇ ਦੀ ਡੈਥ ਹੋ ਜਾਂਦੀ ਆ, ਜਿੱਦਾਂ ਕਿਸੇ ਹਾਦਸੇ ਦੇ ਵਿੱਚ ਜਾਂ ਕਿੱਦਾਂ ਬੰਬ ਧਮਾਕੇ ਜਾਂ ਕਿੱਦਾਂ ਵੀ, ਚਲੋ ਲੰਬੇ ਚਲੇ ਗਏ। ਸਿੰਪਲ ਭਾਸ਼ਾ 'ਚ ਆਪਾਂ ਕਹਿੰਦੇ ਹਾਂ ਕਿ ਆਦਮੀ ਦੇ ਮਰਨ ਤੋਂ ਬਾਅਦ ਉਹਦੇ ਸਰੀਰ ਦੀਆਂ ਜੋ ਬਚੀਆਂ ਖੁਚੀਆਂ ਹਿੱਸੇ ਬਚਦੇ ਨੇ ਉਹਨਾਂ ਨੂੰ ਵੀ ਆਪਾਂ ਰਿਮੇਨਸ ਹੀ ਕਹਿ ਦਿੰਦੇ ਹਾਂ। ਠੀਕ ਆ ਜੀ, ਜਿੱਦਾਂ ਹੱਡੀਆਂ। ਤਾਂ ਆਰਕਿਓਲੋਜੀਕਲ ਰਿਮੇਨਸ ਤੋਂ ਸਾਨੂੰ ਇੱਦਾਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਖੁਦਾਈ ਕਰਦੇ ਹਾਂ ਜਾਂ ਜਦੋਂ ਕੋਈ ਜਗ੍ਹਾ ਲੱਭਦੀ ਹੈ ਜਿੱਥੋਂ ਪੁਰਾਣੀਆਂ ਚੀਜ਼ਾਂ ਲੱਭਦੀਆਂ ਨੇ ਜਿਹੜੀਆਂ ਉਸ ਸਮੇਂ ਦੇ, ਅੱਜ ਤੋਂ 1000 ਸਾਲ ਪਹਿਲਾਂ ਜਾਂ 2000 ਸਾਲ ਪਹਿਲਾਂ ਜਾਂ ਕਿੰਨਾ ਵੀ ਸਮਾਂ ਪਹਿਲਾਂ ਦੇ ਲੋਕ ਜਿਹੜੇ ਸੀਗੇ ਉਹ ਵਰਤਦੇ ਸੀਗੇ, ਉਹਨਾਂ ਨਾਲ ਸੰਬੰਧਿਤ ਸੀਗੀਆਂ ਕੋਈ ਸੰਦ, ਕੋਈ ਟੁੱਟੇ ਭੱਜੇ ਹੋਏ ਭਾਂਡੇ, ਮੂਰਤੀਆਂ, ਖਿਡੌਣੇ, ਉਹ ਜਦੋਂ ਸਾਨੂੰ ਪਤਾ ਲੱਗਦੀਆਂ ਤਾਂ ਅਸੀਂ ਉਹਨਾਂ ਦੀ ਸਟੱਡੀ, ਉਹਨਾਂ ਦੀ ਜਾਂਚ ਪੜਤਾਲ ਕਰਕੇ ਦੇਖ ਸਕਦੇ ਹਾਂ ਕਿ ਉਸ ਸਮੇਂ ਦੇ ਜਿਹੜੇ ਲੋਕ ਸੀ ਉਹ ਕਿੱਦਾਂ ਦੀਆਂ ਚੀਜ਼ਾਂ ਵਰਤਦੇ ਸੀ, ਉਹ ਕਿੱਦਾਂ ਦਾ ਉਹਨਾਂ ਦਾ ਕਲਚਰ ਸੀ, ਜਾਂ ਕਿੱਦਾਂ ਦੇ ਉਹਨਾਂ ਕੋਲ ਸਹੂਲਤਾਂ ਸੀਗੀਆਂ, ਕਿੱਦਾਂ ਦੇ ਉਹਨਾਂ ਕੋਲ ਸੰਦ ਸੀਗੇ। ਠੀਕ ਹੈ ਜੀ, ਉਹ ਕਿਹੜੀ ਕਿਹੜੀ ਧਾਤ ਸੀਗੀ ਜਿਹੜੀ ਉਹ ਵਰਤਦੇ ਸੀ, ਕਿੱਦਾਂ ਦੀਆਂ ਬਿਲਡਿੰਗਾਂ ਦੇ ਵਿੱਚ ਰਹਿੰਦੇ ਸੀ, ਕਿੱਦਾਂ ਦੀਆਂ ਇੱਟਾਂ ਜਿਹੜੀਆਂ ਸੀਗੀਆਂ ਜਾਂ ਕਿੱਦਾਂ ਦਾ ਸਮਾਨ ਮਟੀਰੀਅਲ ਜਿਹੜਾ ਸੀਗਾ ਉਹਨਾਂ ਕੋਲ ਹੁੰਦਾ ਸੀ, ਕਿੰਨੇ ਕੁ ਐਡਵਾਂਸ ਜਿਹੜੇ ਸੀਗੇ ਉਹਨਾਂ ਕੋਲ ਸੰਦ ਸੀਗੇ। ਉਹ ਸਾਰਾ ਕੁਝ ਅਸੀਂ ਆਰਕਿਓਲੋਜੀਕਲ ਰਿਮੇਨਸ ਦੇ ਉੱਤੋਂ ਪਤਾ ਕਰ ਸਕਦੇ ਹੁੰਦੇ ਹਾਂ। ਜਿਹੜੀ ਰਹਿੰਦ ਖੂੰਹਦ ਮਲਬਾ ਸਾਨੂੰ ਲੱਭਦਾ ਹੈ ਜਦੋਂ ਅਸੀਂ ਖੁਦਾਈ ਵਗੈਰਾ ਕਰਦੇ ਹਾਂ, ਜਦੋਂ ਅਸੀਂ ਕੋਈ ਜਿੱਦਾਂ ਕਹਿੰਦੇ ਨੇ ਕਿ ਫਲਾਣੀ ਜਗ੍ਹਾ ਦੇ ਉੱਤੇ ਜੀ ਮਿੱਟੀ ਦੇ ਵਿੱਚ ਉਹ ਚੀਜ਼ ਖੁਦਾਈ ਕਰਨ ਤੋਂ ਬਾਅਦ ਕੋਈ ਚੀਜ਼ ਲੱਭੀ ਹੈ, ਕੋਈ ਮੂਰਤੀ ਲੱਭੀ ਹੈ, ਉਹ ਸਾਰਾ ਕੁਛ ਆਰਕਿਓਲੋਜੀਕਲ ਰਿਮੇਨਸ ਦੇ ਵਿੱਚ ਆਉਂਦਾ ਹੈ, ਜੋ ਕਿ ਹਿਸਟਰੀ ਡਿਸਾਈਡ ਕਰਨ ਲਈ, ਹਿਸਟਰੀ ਨੂੰ ਸਟੱਡੀ ਕਰਨ ਲਈ ਬਹੁਤ ਹੀ ਇੰਪੋਰਟੈਂਟ ਹਿੱਸਾ ਨੇ। ਅਤੇ ਦੂਜੇ ਨੰਬਰ 'ਤੇ ਆ ਜਾਂਦੇ ਨੇ ਜੀ ਸਾਡੇ ਰਿਟਨ ਕੰਟੈਂਟ, ਰਿਟਨ ਐਵੀਡੈਂਸਿਸ। ਮਤਲਬ ਕੀ ਹੈ ਰਿਟਨ ਤੋਂ ਮਤਲਬ ਲਿਖੇ ਹੋਏ। ਠੀਕ ਹੈ ਜੀ, ਉਸ ਟਾਈਮ ਦੇ ਜਿਹੜੇ ਲੋਕ ਸੀਗੇ ਪੁਰਾਣੇ ਸਮਿਆਂ ਦੇ, ਜਿਹੜੇ ਆਪਾਂ ਮਤਲਬ ਜਿਸ ਜਗ੍ਹਾ ਦੀ ਆਪਾਂ, ਜਿਸ ਸਮੇਂ ਦੀ ਆਪਾਂ ਹਿਸਟਰੀ ਕੱਢ ਰਹੇ ਹਾਂ, ਤਾਂ ਉਸ ਸਮੇਂ ਦੇ ਲੋਕ ਸੀਗੇ ਜਿਹੜੇ, ਉਹਨਾਂ ਨੇ ਕੰਧਾਂ ਦੇ ਉੱਤੇ ਜਾਂ ਪੇਪਰ ਦੇ ਉੱਤੇ ਜਾਂ ਪੱਤਿਆਂ ਦੇ ਉੱਤੇ ਜਾਂ ਕਿੱਦਾਂ ਵੀ ਕਰਕੇ ਕੁਛ ਲਿਖਿਆ ਹੁੰਦਾ ਹੈ ਆਪਦੀ ਲੈਂਗੁਏਜ ਦੇ ਵਿੱਚ। ਜ਼ਰੂਰੀ ਨਹੀਂ ਹੈਗਾ ਕਿ ਹੁਣ ਜਿਹੜੀਆਂ ਅੱਜ ਕੱਲ੍ਹ ਨਵੀਨ ਲੈਂਗੁਏਜਸ ਚੱਲਦੀਆਂ ਨੇ ਉਦੋਂ ਹੀ ਉਹਨਾਂ ਨੇ ਆਪਣੇ ਟਾਈਮਾਂ ਦੀ ਲੈਂਗੁਏਜ ਕੋਈ ਇੱਦਾਂ ਚਿੱਤਰ ਬਣਾ ਕੇ, ਜਿੱਦਾਂ ਰੇਖਾ ਚਿੱਤਰ ਲੱਭਦੇ ਆ ਸਾਨੂੰ ਆਪਣੇ ਗੁਫਾਵਾਂ ਦੇ ਵਿੱਚੋਂ ਜਾਂ ਕਿਤੇ ਵੀ ਦਰਖਤਾਂ ਦੇ ਉੱਤੇ ਤੋਂ ਨਹੀਂ, ਜਿਵੇਂ ਆਪਣੇ ਕੋਈ ਭਾਂਡਿਆਂ ਦੇ ਉੱਤੇ ਨਿਸ਼ਾਨ ਬਣਾਏ ਹੋਏ ਜਾਂ ਕਿੱਦਾਂ ਮੂਰਤੀਆਂ ਦੇ ਉੱਤੇ ਕੋਈ ਖੁਦਾਈ ਕੀਤੀ ਹੋਈ, ਉਹ ਸਾਰਾ ਕੁਛ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਰਿਟਨ ਕੰਟੈਂਟ ਮੰਨਦੇ ਹਾਂ ਵੀ ਉਸ ਟਾਈਮ ਉਹ ਇਸ ਤਰ੍ਹਾਂ ਦੀ ਭਾਸ਼ਾ ਨਾਲ ਗੱਲ ਕਰਦੇ ਸੀ। ਜਿੱਦਾਂ ਬਹੁਤ ਸਾਰੀਆਂ ਪੁਰਾਤਨ ਲਿਪੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਨੂੰ ਮਿਲਦੀਆਂ, ਜਿੱਦਾਂ ਬ੍ਰਹਮੀ ਹੋ ਗਈ ਜਾਂ ਪ੍ਰਾਕ੍ਰਿਤ ਹੋਈ ਜਾਂ ਪਾਲੀ ਹੋ ਗਈ। ਇਸ ਤਰ੍ਹਾਂ ਕੀ ਹੈ ਕਿ ਉਹ ਉਸ ਟਾਈਮ ਜਿਸ ਤਰ੍ਹਾਂ ਦੀ ਭਾਸ਼ਾ ਨਾਲ ਲਿਖ ਕੇ ਜਾਂ ਚਿੱਤਰ ਬਣਾ ਕੇ ਗੱਲਾਂ ਕਰਦੇ ਸੀ ਜਾਂ ਇੱਕ ਸਿਗਨਲ ਦਿੰਦੇ ਸੀ ਜਾਂ ਜਿੱਦਾਂ ਵੀ ਕਰਕੇ ਉਹ ਆਪਣੀ ਛਾਪ ਛੱਡਦੇ ਸੀ, ਅਸੀਂ ਉਹਨਾਂ ਨੂੰ ਸਟੱਡੀ ਕਰਦੇ ਹਾਂ। ਅਤੇ ਉਹਨਾਂ ਨੂੰ ਸਟੱਡੀ ਕਰਨ ਲਈ ਜਾਣੀ ਇੱਕ ਪੂਰਾ ਹਿਸਟਰੀ, ਉਹਨਾਂ ਦੀ ਇੱਕ ਸਾਇੰਸ ਹੁੰਦੀ ਹੈ, ਇੱਕ ਉਹਨਾਂ ਦੀ ਪੜ੍ਹਾਈ ਹੁੰਦੀ ਆ ਉਹਨਾਂ ਨੂੰ ਸਟੱਡੀ ਕਰਨ ਲਈ। ਤਾਂ ਉਹਨਾਂ ਦੇ ਜਿਹੜੇ ਇਤਿਹਾਸਕਾਰ ਨੇ ਉਹ ਉਹਨਾਂ ਨੂੰ ਲੱਭਦੇ ਨੇ ਅਤੇ ਉਹਨਾਂ ਨੂੰ ਪੜ੍ਹਦੇ ਨੇ ਅਤੇ ਉਹਨਾਂ ਦਾ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਡੈਸੀਫਰ ਕਰਦੇ ਨੇ। ਡੈਸੀਫਰ ਕਰਨ ਦਾ ਮਤਲਬ ਹੁੰਦਾ ਕਿ ਉਹਨਾਂ ਦੀ ਆਮ ਭਾਸ਼ਾ ਦੇ ਵਿੱਚ, ਸਿੰਪਲ ਭਾਸ਼ਾ ਦੇ ਵਿੱਚ ਟਰਾਂਸਲੇਸ਼ਨ ਕਰਨੀ। ਤਾਂ ਬਹੁਤ ਸਾਰੇ ਜਿਹੜੇ ਕੰਟੈਂਟ ਨੇ, ਰਿਟਨ ਐਵੀਡੈਂਸਿਸ ਨੇ, ਉਹ ਡੈਸੀਫਰ ਹੋ ਚੁੱਕੇ ਨੇ, ਜਿਸ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਪਤਾ ਲੱਗ ਸਕਦਾ ਹੈ ਉਸ ਸਮੇਂ ਦੇ ਜਿਹੜੇ ਹੈਗੇ ਲੋਕਾਂ ਦੇ ਰਹਿਣ ਸਹਿਣ ਬਾਰੇ ਜਾਂ ਲੋਕਾਂ ਦੇ ਬਿਲੀਵਸ ਬਾਰੇ, ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਉਸ ਟਾਈਮ ਵਿਚਾਰ ਸੀਗੇ। ਤਾਂ ਇਸ ਤਰ੍ਹਾਂ ਸਾਨੂੰ ਉਸ ਸਮੇਂ ਦੇ ਇਤਿਹਾਸ ਬਾਰੇ ਪਤਾ ਲੱਗ ਸਕਦਾ। ਤਾਂ ਇਹਦੀ ਇੱਕ ਆਪਣੀ ਸਟੱਡੀ ਹੁੰਦੀ ਹੈ, ਇੱਕ ਪੂਰੀ ਇੱਕ ਕੋਰਸ ਹੁੰਦੇ ਨੇ ਇਹਦੇ, ਕਿ ਪੁਰਾਣੀਆਂ ਲਿਖਤਾਂ ਨੂੰ ਪੜ੍ਹਨ ਦੇ, ਉਹਨਾਂ ਨੂੰ ਡੈਸੀਫਰ ਕਰਨ ਦੇ, ਉਹਨਾਂ ਨੂੰ ਟਰਾਂਸਲੇਟ ਕਰਨ ਦੇ। ਤਾਂ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹ ਕੰਮ ਕੀਤੇ ਨੇ, ਜਿੱਦਾਂ ਕਿ ਜੇਮਸ ਪ੍ਰਿੰਸਿਪ ਨੇ ਜਿਹੜੇ, ਉਹਨਾਂ ਦਾ ਬਹੁਤ ਜਾਣੀ ਨਾਮ ਹੈਗਾ ਵਾ, ਪ੍ਰਸਿੱਧ ਆ ਇਸ ਕੰਮ ਦੇ ਵਿੱਚ। ਤਾਂ ਇਹ ਡੈਸੀਫਰ ਕਰਨ ਤੋਂ ਬਾਅਦ ਹੀ ਸਾਨੂੰ ਜਿਹੜੀ ਹਿਸਟਰੀ ਹੈ ਉਹਨੂੰ ਪੂਰਨ ਤੌਰ 'ਤੇ ਅਸੀਂ ਪਤਾ ਕਰ ਸਕਦੇ ਹਾਂ। ਤਾਂ ਇਸ ਲਈ ਜਿਹੜੇ ਕਿਸੇ ਵੀ ਜਗ੍ਹਾ ਦੀ, ਕਿਸੇ ਵੀ ਸਾਮਰਾਜ ਦੀ ਹਿਸਟਰੀ, ਜੇ ਇਤਿਹਾਸ ਪਤਾ ਕਰਨਾ ਹੋਵੇ ਤਾਂ ਇਹ ਦੋਨੋਂ ਜਿਹੜੇ ਐਵੀਡੈਂਸਿਸ ਨੇ, ਆਰਕਿਓਲੋਜੀਕਲ ਰਿਮੇਨਸ ਅਤੇ ਰਿਟਨ ਜਿਹੜੇ ਹੈਗੇ ਨੇ ਕੰਟੈਂਟ, ਰਿਟਨ ਐਵੀਡੈਂਸ, ਇਹ ਦੋਨੇ ਹੀ ਬਹੁਤ ਜ਼ਰੂਰੀ ਨੇ। ਤਾਂ ਆਪਾਂ ਅੱਗੇ ਪੜ੍ਹਦੇ ਹਾਂ ਕਿ ਜਿਹੜੇ ਪੀਰੀਅਡ ਹੁੰਦੇ ਨੇ ਇਹਨਾਂ ਦੇ ਵਿੱਚ ਇਹਨਾਂ ਦਾ ਕੀ ਮਤਲਬ ਹੈ। ਹਾਂਜੀ, ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਪ੍ਰੀ ਹਿਸਟੋਰਿਕ ਪੀਰੀਅਡ। ਇਹ ਹੈਗਾ 3 ਲੱਖ BC ਤੋਂ 2500 BC ਤੱਕ। ਦੇਖੋ ਕਿੰਨਾ ਪੁਰਾਣਾ ਹੈ, 3 ਲੱਖ BC। BC ਦਾ ਤੁਹਾਨੂੰ ਕੱਲ੍ਹ ਸਮਝਾਇਆ ਸੀਗਾ ਕਨਸੈਪਟ ਪਿਛਲੇ ਲੈਕਚਰ ਦੇ ਵਿੱਚ, ਬਿਫੋਰ ਕ੍ਰਾਈਸਟ। ਤਾਂ 3 ਲੱਖ BC ਤੋਂ 2500 BC ਤੱਕ। ਤਾਂ ਇਹਦੀ ਡੈਫੀਨੇਸ਼ਨ ਕੀ ਹੈ? ਦਾ ਪੀਰੀਅਡ ਫॉर ਵਿਚ ਨੋ ਰਿਟਨ ਐਵੀਡੈਂਸ ਇਜ਼ ਅਵੇਲੇਬਲ। ਜਾਂ ਫਿਰ ਇਹਨੂੰ
ਐਗਜ਼ਾਮਪਲ ਆ ਇਹਦੀ ਲਿਥਿਕ ਸਟੋਨ ਏਜ, ਇਹਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ ਸਟੋਨ ਏਜ ਬਾਰੇ। ਤਾਂ ਕਹਿੰਦਾ ਵਾ ਵੀ ਇਹ ਜਿਹੜਾ ਟਾਈਮ ਪੀਰੀਅਡ ਹੁੰਦਾ ਇਹਦੇ 'ਚ ਤੁਹਾਨੂੰ ਆਰਕੀਓਲੋਜੀਕਲ ਰਿਮੇਨਸ ਬੇਸ਼ੱਕ ਮਿਲ ਜਾਣ, ਬਟ ਕੋਈ ਰਿਟਨ ਐਵੀਡੈਂਸ ਨਹੀਂ ਹੁੰਦਾ। ਤਾਂ ਰਿਟਨ ਐਵੀਡੈਂਸ ਤੋਂ ਬਿਨਾਂ ਜਿਹੜੇ ਆਰਕੀਓਲੋਜੀਕਲ ਰਿਮੇਨਸ ਨੇ ਉਹ ਸਿਰਫ ਇਕੱਲੇ ਜਿਹੜੇ ਹੈਗੇ ਨੇ ਉਹ ਹਿਸਟਰੀ ਨਹੀਂ ਦੱਸ ਸਕਦੇ, ਸਟੱਡੀ ਨਹੀਂ ਕਰ ਸਕਦੇ ਆਪਾਂ ਇਕੱਲੇ ਆਰਕੀਓਲੋਜੀਕਲ ਰਿਮੇਨਸ ਦੇ ਨਾਲ। ਸਾਨੂੰ ਰਿਟਨ ਦੇ ਵਿੱਚ ਸਬੂਤ ਚਾਹੀਦੇ ਹੀ ਚਾਹੀਦੇ ਹੁੰਦੇ ਨੇ, ਕਿਉਂਕਿ ਰਿਟਨ ਤੋਂ ਹੀ ਉੱਥੋਂ ਦੇ ਬਿਲੀਵਸ, ਉੱਥੋਂ ਦੇ ਲੋਕਾਂ ਦੇ ਵਿਚਾਰਾਂ ਬਾਰੇ, ਉਹਨਾਂ ਦੀ ਸੋਚ ਬਾਰੇ, ਉਹਨਾਂ ਦੀ ਥਿੰਕਿੰਗ ਬਾਰੇ ਪਤਾ ਲੱਗਦਾ। ਇਸ ਤੋਂ ਬਿਨਾਂ ਹੋਰ ਜਿਹੜੀ ਉੱਥੋਂ ਦੇ ਰਾਜ ਬਾਰੇ, ਉਹਨਾਂ ਦੀ ਰਾਜ ਦੀ ਜਿਹੜੀ ਪਾਵਰ ਹੈ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਰਿਟਨ ਇਨਸਕ੍ਰਿਪਸ਼ਨਸ ਨੇ ਜਿਹੜੀਆਂ ਉਹਨਾਂ ਤੋਂ ਜ਼ਿਆਦਾ ਪਤਾ ਲੱਗਦਾ। ਤਾਂ ਪ੍ਰੀ ਹਿਸਟੋਰਿਕ, ਪ੍ਰੀ ਦਾ ਮਤਲਬ ਹੁੰਦਾ ਪਹਿਲਾਂ, ਹਿਸਟੋਰਿਕ ਮਤਲਬ ਇਤਿਹਾਸਿਕ। ਇਤਿਹਾਸ ਦੇ ਹੋਂਦ 'ਚ ਆਉਣ ਤੋਂ ਵੀ ਪਹਿਲਾਂ ਦਾ ਜਿਹੜਾ ਪੀਰੀਅਡ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ, ਉਹਨੂੰ ਪ੍ਰੀ ਹਿਸਟੋਰਿਕ ਪੀਰੀਅਡ ਕਹਿੰਦੇ ਹਾਂ। ਕਿਉਂਕਿ ਜਦੋਂ ਸਾਡੇ ਕੋਲ ਰਿਟਨ ਐਵੀਡੈਂਸ ਨਹੀਂ ਹੈਗੇ, ਸਿਰਫ ਆਰਕੀਓਲੋਜੀਕਲ ਰਿਮੇਨਸ ਨੇ, ਤਾਂ ਉਸ ਨਾਲ ਅਸੀਂ ਕਦੇ ਵੀ ਇਤਿਹਾਸ ਨਹੀਂ ਪਤਾ ਕਰ ਸਕਦੇ ਇਕੱਲੇ ਰਿਟਨ ਆਰਕੀਓਲੋਜੀਕਲ ਰਿਮੇਨਸ ਨਾਲ। ਇਸ ਲਈ ਅਸੀਂ ਇਹਨੂੰ ਪ੍ਰੀ ਹਿਸਟੋਰਿਕ ਪੀਰੀਅਡ ਕਹਿੰਦੇ ਹਾਂ। ਤਾਂ ਉਸ ਤੋਂ ਅੱਗੇ ਆ ਗਿਆ ਜੀ ਪ੍ਰੋਟੋ ਹਿਸਟੋਰਿਕ ਪੀਰੀਅਡ। ਇਹ ਹੈਗਾ ਵਾ 2500 BC ਤੋਂ ਲੈ ਕੇ 600 BC ਤੱਕ। ਤਾਂ ਪ੍ਰੋਟੋ ਹਿਸਟੋਰਿਕ ਪੀਰੀਅਡ ਪ੍ਰੀ ਹਿਸਟੋਰਿਕ ਪੀਰੀਅਡ ਨਾਲੋਂ ਅਲੱਗ ਹੁੰਦਾ ਹੈ। ਤਾਂ ਇਹਦੇ 'ਚ ਕੀ ਹੁੰਦਾ ਹੈ, ਦਾ ਪੀਰੀਅਡ ਫॉर ਵਿਚ ਰਿਟਨ ਐਵੀਡੈਂਸਿਸ ਇਜ਼ ਅਵੇਲੇਬਲ ਬਟ ਈਦਰ ਦੇਅਰ ਸਕ੍ਰਿਪਟ has not been deciphered or their written documents have not been confirmed with archaeological evidence। ਤਾਂ ਮਤਲਬ ਕੀ ਹੈ ਜੀ, ਇਹਦੇ 'ਚ ਸਾਨੂੰ ਰਿਟਨ ਐਵੀਡੈਂਸ ਮਿਲੇ ਜ਼ਰੂਰ ਨੇ, ਸਾਨੂੰ ਲਿਖਤਾਂ ਨੇ ਜਿਹੜੀਆਂ ਇਨਸਕ੍ਰਿਪਸ਼ਨਸ ਨੇ ਉਹ ਮਿਲੀਆਂ ਜ਼ਰੂਰ ਨੇ, ਪਰ ਜਾਂ ਤਾਂ ਅਸੀਂ ਹਾਲੇ ਤੱਕ ਉਹਨਾਂ ਨੂੰ ਟਰਾਂਸਲੇਟ ਨਹੀਂ ਕਰ ਪਾਏ, ਡੈਸੀਫਰ ਨਹੀਂ ਕਰ ਪਾਏ, ਅਤੇ ਜਾਂ ਫਿਰ ਜਿਹੜੀ ਹੈਗੀਆਂ ਨੇ ਉਹ ਲਿਖਤਾਂ ਨੇ ਉਹਨਾਂ ਦਾ ਆਰਕੀਓਲੋਜੀਕਲ ਰਿਮੇਨਸ ਮਿਲੇ ਨੇ ਜਿਹੜੇ ਉੱਥੋਂ ਦੇ ਨਾਲ ਸੰਬੰਧਿਤ, ਉਹਨਾਂ ਨਾਲ ਕੋਈ ਰਿਲੇਸ਼ਨ, ਕੋਈ ਰਿਸ਼ਤਾ ਨਹੀਂ ਨਿਕਲ ਰਿਹਾ। ਤਾਂ ਸਾਨੂੰ ਜਿਹੜਾ ਹੈਗਾ ਹਿਸਟਰੀ ਪਤਾ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਆ ਕਿ ਸਾਨੂੰ ਸਾਡੀਆਂ ਜਿਹੜੀਆਂ ਰਿਟਨ ਇਨਸਕ੍ਰਿਪਸ਼ਨਸ ਨੇ ਉਹ ਸਾਡੀ ਹੈਲਪ ਨਹੀਂ ਕਰ ਪਾ ਰਹੀਆਂ। ਤਾਂ ਜਿੱਦਾਂ ਕਈ ਵਾਰੀ ਇਹ ਹੁੰਦਾ ਹੈ ਕਿ ਕੋਈ ਲਿਪੀ ਜਿਹੜੀ ਕੋਈ ਲਿਖੀ ਹੋਈ ਹੈ ਲੈਂਗੁਏਜ, ਉਹ ਇੰਨੀ ਔਖੀ ਹੈ ਕਿ ਆਪਣੇ ਜਿਹੜੇ ਇਤਿਹਾਸਕਾਰ ਨੇ ਡੈਸੀਫਰ ਕਰਨ ਵਾਲੇ, ਉਹਨਾਂ ਨੂੰ ਉਹ ਸਮਝ ਹੀ ਨਹੀਂ ਆ ਰਹੀ ਜਾਂ ਉਹਨਾਂ ਦੇ ਉਹ ਪੱਲੇ ਹੀ ਨਹੀਂ ਪੈ ਰਹੀ। ਠੀਕ ਹੈ ਜੀ। ਤਾਂ ਇਹ ਜਿਹੜਾ ਹੈਗਾ ਇਹ ਸਭ ਤੋਂ ਵੱਡਾ ਕੇਸ ਹੁੰਦਾ ਹੈ ਕਿ ਸਾਨੂੰ ਸਕ੍ਰਿਪਟ ਮਿਲ ਗਈ ਹੈ ਰਿਟਨ, ਬਟ ਅਸੀਂ ਉਹਨੂੰ ਸਮਝ ਨਹੀਂ ਪਾਏ। ਇਸ ਲਈ ਉਹ ਜਿਹੜੀ ਹੈਗੀ ਆ ਇਨਫੋਰਮੇਸ਼ਨ ਉਹ ਹਿਡਨ ਹੀ ਰਹਿ ਗਈ ਜਾਂ ਅਧੂਰੀ ਹੀ ਰਹਿ ਗਈ। ਇਸ ਲਈ ਇਸ ਜਿਹੜਾ ਟਾਈਮ ਪੀਰੀਅਡ ਆ ਇਹਨੂੰ ਪ੍ਰੋਟੋ ਹਿਸਟੋਰਿਕ ਪੀਰੀਅਡ ਕਹਿੰਦੇ ਨੇ, ਕਿਉਂਕਿ ਐਵੀਡੈਂਸ ਹੈਗੇ ਨੇ ਬਟ ਜਿਹੜੇ ਰਿਟਨ ਐਵੀਡੈਂਸ ਨੇ ਉਹਨਾਂ ਨੂੰ ਅਸੀਂ ਸਮਝ ਨਹੀਂ ਪਾ ਰਹੇ। ਤਾਂ ਇਹਦੀਆਂ ਕੁਛ ਐਗਜ਼ਾਮਪਲਸ ਨੇ ਜੀ, ਇੰਡਸ ਵੈਲੀ ਸਿਵਲਾਈਜੇਸ਼ਨ ਹੈ ਜਿਹੜੀ, ਵੈਦਿਕ ਕਲਚਰ ਹੈ। ਤਾਂ ਇਹਦੇ ਵਿੱਚ ਕਹਿੰਦਾ ਜੀ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਆ ਇਹਦੇ 'ਚ ਕਾਫੀ ਸਾਰੀਆਂ ਸਕ੍ਰਿਪਟਸ ਨੇ ਜਿਹੜੀਆਂ ਉਹ ਜਿਹੜੇ ਡੈਸੀਫਰ ਨਹੀਂ ਹੋ ਪਾਈਆਂ, ਉਹ ਟਰਾਂਸਲੇਟ ਨਹੀਂ ਹੋ ਪਾਈਆਂ। ਅਤੇ ਜਿਹੜਾ ਵੈਦਿਕ ਕਲਚਰ ਆ ਉਹਦੇ 'ਚ ਆਪਾਂ ਨੂੰ ਪ੍ਰੋਬਲਮ ਕੀ ਆ ਰਹੀ ਹੈ ਵੀ ਵੈਦਿਕ ਕਲਚਰ ਦੇ ਵਿੱਚ ਜਿਹੜੇ ਆਰਕੀਓਲੋਜੀਕਲ ਰਿਮੇਨਸ ਨੇ, ਜਿਹੜੇ ਆਰਕੀਓਲੋਜੀਕਲ ਐਵੀਡੈਂਸ ਨੇ, ਉਹਨਾਂ ਨਾਲ ਜਿਹੜਾ ਹੈਗਾ ਜਿਹੜਾ ਰਿਟਨ ਕੰਟੈਂਟ ਆ, ਰਿਟਨ ਜਿਹੜੇ ਐਵੀਡੈਂਸਿਸ ਨੇ ਉਹ ਜਿਹੜੇ ਹੈਗੇ ਨੇ ਰਿਲੇਟ ਨਹੀਂ ਹੋ ਰਹੇ, ਉਹ ਕਨਫਰਮ ਨਹੀਂ ਹੋ ਰਹੇ ਉਹਨਾਂ ਨਾਲ। ਇਸ ਲਈ ਆਪਾਂ ਇਹਨੂੰ ਪ੍ਰੋਟੋ ਹਿਸਟਰੀ ਦੇ ਵਿੱਚ ਹੀ ਜਿਹੜਾ ਹੈਗਾ ਉਹ ਆਪਾਂ ਇਨਕਲੂਡ ਕਰਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਜੀ ਤੁਹਾਡਾ ਹਿਸਟੋਰਿਕ ਪੀਰੀਅਡ ਜਿਹੜਾ 600 BC ਤੋਂ ਲੈ ਕੇ ਟਿਲ ਡੇਟ ਦਾ ਮਤਲਬ ਹੁਣ ਤੱਕ, ਅੱਜ ਦੇ ਸਮੇਂ ਤੱਕ ਹੈ। ਤਾਂ ਇਹਨੂੰ ਹਿਸਟੋਰਿਕ ਪੀਰੀਅਡ ਕਹਿੰਦੇ ਨੇ। ਤਾਂ ਹਿਸਟੋਰਿਕ ਪੀਰੀਅਡ ਬਹੁਤ ਮਹੱਤਵਪੂਰਨ ਹੈ ਜੀ। ਤਾਂ ਇਹ ਉਹ ਪੀਰੀਅਡ ਆ ਜਿਹਦੇ 'ਚ ਸਾਡੇ ਰਿਟਨ ਐਵੀਡੈਂਸ ਵੀ ਸਾਨੂੰ ਮਿਲ ਗਏ, ਉਹਨਾਂ ਨੂੰ ਆਪਾਂ ਡੈਸੀਫਰ ਟਰਾਂਸਲੇਟ ਵੀ ਕਰ ਲਿਆ, ਸਮਝ ਵੀ ਲਿਆ, ਅਤੇ ਉਹ ਜਿਹੜੇ ਹੈਗੇ ਨੇ ਉਹ ਆਰਕੀਓਲੋਜੀਕਲ ਰਿਮੇਨਸ ਨੇ ਜਿਹੜੇ ਉਹਨਾਂ ਨਾਲ ਮੈਚ ਵੀ ਹੋ ਗਏ, ਅਤੇ ਸਾਨੂੰ ਪ੍ਰੋਪਰਲੀ ਪਤਾ ਲੱਗ ਰਿਹਾ ਵਾ ਵੀ ਉਸ ਸਮੇਂ ਕਿਹੋ ਜਿਹੀ ਚੀਜ਼ ਸੀ, ਕੀ ਹਿਸਟਰੀ ਸੀ, ਕੀ ਉੱਥੋਂ ਦਾ ਹਿਸਾਬ ਕਿਤਾਬ ਸੀ। ਤਾਂ ਇਹਨੂੰ ਆਪਾਂ ਕਹਿੰਦੇ ਹਾਂ ਜੀ ਹਿਸਟੋਰਿਕ ਪੀਰੀਅਡ। ਇਹਦੇ 'ਚ ਆ ਜਾਂਦਾ ਜੀ ਮਹਾਜਨਪਦਾ ਪੀਰੀਅਡ, ਅਤੇ ਹੁਣ ਤੱਕ ਜਿਹੜਾ ਵੀ ਸਮਾਂ ਚੱਲ ਰਿਹਾ ਵਾ। ਤਾਂ ਇਹ ਜਿਹੜਾ ਮਹਾਜਨਪਦਾ ਪੀਰੀਅਡ ਆ ਇਹਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ ਜਦੋਂ ਆਪਾਂ ਹਿਸਟਰੀ ਨੂੰ ਚੰਗੀ ਤਰ੍ਹਾਂ ਪੜ੍ਹਾਂਗੇ। ਤਾਂ ਇਹਦੀਆਂ ਐਗਜ਼ਾਮਪਲਸ ਨੇ ਇਹ, ਜਾਂ ਫਿਰ ਕਹਿ ਲਓ ਕਿ ਮੋਡਰਨ ਹਿਸਟਰੀ ਦੇ ਵਿੱਚ ਜਿੱਦਾਂ ਆਪਣੇ ਕੋਲ ਪੁਰਾਣੀਆਂ ਚੀਜ਼ਾਂ ਵੀ ਹੈਗੀਆਂ ਨੇ, ਅਤੇ ਜਿੱਦਾਂ ਪੁਰਾਣੀਆਂ ਥਾਵਾਂ ਭਗਤ ਸਿੰਘ ਹੋਣਾ ਵੇਲੇ ਦੀਆਂ ਜਾਂ ਕ੍ਰਾਂਤੀ ਵੇਲੇ ਦੀਆਂ, ਅਤੇ ਉਹਨਾਂ ਦੇ ਨਾਲ ਰਿਲੇਟਡ ਆਪਣੇ ਕੋਲ ਐਵੀਡੈਂਸਿਸ ਵੀ ਪਏ ਨੇ ਉਸ ਟਾਈਮ ਦੇ ਲੈਟਰਸ, ਜਾਂ ਕਹਿ ਲਓ ਜੋ ਵੀ ਉਹਨਾਂ ਦੇ ਐਗਰੀਮੈਂਟ ਹੋਏ ਸੀ ਜਾਂ ਜੋ ਖਬਰਾਂ ਛਪੀਆਂ ਸੀ ਅਖਬਾਰ ਦੇ ਵਿੱਚ, ਤਾਂ ਉਹ ਇੱਕ ਦੂਜੇ ਨਾਲ ਮੈਚ ਵੀ ਕਰ ਰਹੀਆਂ ਨੇ। ਇਸ ਲਈ ਆਪਾਂ ਉਸ ਸਮੇਂ ਨੂੰ ਪ੍ਰੋਪਰ ਹਿਸਟਰੀ ਜਾਂ ਹਿਸਟੋਰਿਕ ਪੀਰੀਅਡ ਕਹਿੰਦੇ ਹਾਂ।
ਚਲੋ ਠੀਕ ਹੈ ਜੀ, ਅੱਜ ਲਈ ਬਹੁਤ ਹੈ ਇੰਨਾ ਕੁ, ਅਤੇ ਅਗਲੇ ਲੈਕਚਰ 'ਚ ਆਪਾਂ ਕ੍ਰੋਨੋਲੋਜੀ ਕਰਾਂਗੇ। ਅਤੇ ਤੱਕ ਦੇ ਲਈ ਤੁਸੀਂ ਵੀਡੀਓ ਲਾਈਕ ਕਰੋ, ਸ਼ੇਅਰ ਕਰੋ। ਧੰਨਵਾਦ।